चिल्ला चढ़ा दूं एकदम ही। मैं 5 7 का कर्तव्य है ये तो मेरे भक्त बाएं हाथ का। मुश्किल ही है काम क्या, हैरानी है मुझे, लकड़ी का है ना कि किसी और धात। ਤੇ ਖਰੜ ਤਹਿਸੀਲ ਦੇ ਲਾਗੇ ਲਾਗੇ ਦੇ ਪਿੰਡ ਨੇ, ਉੱਥੋਂ ਲੋਕੀ ਉਦੋਂ ਗੱਡੇ ਹੁੰਦੇ ਸੀ, ਗੱਡਿਆਂ 'ਚ ਬਹਿ ਕੇ, ਰੇਹੜਿਆਂ 'ਚ ਬਹਿ ਕੇ, ਟਰਾਲੀਆਂ 'ਚ ਬਹਿ ਕੇ ਰਾਮਲੀਲਾ ਦੇਖਣ ਆਉਂਦੇ ਸੀਗੇ। ਅਤੇ ਉਹਨਾਂ ਨੂੰ ਇੱਕ ਉਹਨਾਂ ਦੇ ਮਨ ਦੇ ਵਿੱਚ ਇੱਕ ਚਾਅ ਹੁੰਦਾ ਸੀ ਰਾਮਲੀਲਾ ਦੇਖਣ ਦਾ, ਅਤੇ ਐਪਰੀਸ਼ੀਏਟ ਕਰਦੇ ਸੀ ਉਹ ਰਾਮਲੀਲਾ ਨੂੰ। ਉਹਨਾਂ ਦਿਨਾਂ 'ਚ ਸਾਡੇ ਜਿੰਨੇ ਕਲੱਬ ਦੇ ਮੈਂਬਰ ਹੁੰਦੇ ਸੀ ਨਾ, ਉਹ ਪਾਠ ਮੂੰਹ ਜ਼ਬਾਨੀ ਯਾਦ ਕਰ ਲੈਂਦੇ ਸੀਗੇ। ਪਿੱਛੋਂ ਪ੍ਰੋਮੋਟ ਲੈਣ ਦੀ ਲੋੜ ਨਹੀਂ ਪੈਂਦੀ ਸੀ ਕਿ ਲਫ਼ਜ਼ ਕਿਹੜਾ ਬੋਲਣਾ ਹੈਗਾ ਜਾਂ ਗਾਣਾ ਕਿਹੜਾ ਬੋਲਣਾ ਹੈਗਾ, ਕਿਉਂਕਿ ਸਾਨੂੰ 15 20 ਸਾਲ ਹੋ ਗਏ ਸੀ ਕਿ ਸਾਨੂੰ ਸ਼ੌਂਕ ਵੀ ਹੁੰਦਾ ਸੀਗਾ ਅਤੇ ਯਾਦਦਾਸ਼ਤ ਵੀ ਸਾਡੀ ਹੁੰਦੀ ਸੀ ਵੀ ਅਸੀਂ ਇਹ ਕੰਮ ਕਰਨਾ, ਖੁਸ਼ੀ ਨਾਲ ਕੰਮ ਕਰਨਾ ਹੈਗਾ। हनुमान का उड़ना, अब हनुमान का उड़ना कोई छोटी मोटी बात तो है नहीं, तो हनुमान को उड़ाना और इसी प्रकार बाहर से हनुमान उड़ता हुआ आ रहा है, लोग देख रहे हैं ये कैसे उड़ रहा है, किसी को पता नहीं। ऐसे बहुत सी जिंदगियाँ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਪੰਜਾਬ ਹਲਚਲ ਤੋਂ ਸ਼ਮਿੰਦਰ ਸਿੰਘ ਅਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਖਰੜ ਰਾਮਲੀਲਾ ਦੀ, ਜੋ ਦੁਸ਼ਹਿਰੇ ਤੋਂ 10 ਦਿਨ ਪਹਿਲਾਂ ਸ਼ੁਰੂ ਹੁੰਦੀ ਹੈ ਅਤੇ ਦੁਸ਼ਹਿਰੇ ਤੋਂ 1 ਦਿਨ ਬਾਅਦ ਇਹਨਾਂ ਦੀ ਸਮਾਪਤੀ ਹੁੰਦੀ ਹੈ। ਅਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਪਹਿਲਾਂ ਜੋ ਰਾਮਲੀਲਾ ਕੁਝ ਸਾਲ ਪਹਿਲਾਂ ਹੁੰਦੀ ਸੀ ਅਤੇ ਅੱਜ ਕੱਲ੍ਹ ਹੁੰਦੀ, ਸਾਡੇ ਨਾਲ ਪੁਰਾਣੀ ਜੋ ਰਾਮਲੀਲਾ ਯਾਨੀ ਕਿ ਤੁਸੀਂ ਹਿਸਾਬ ਲਾਓ 10 ਸਾਲ ਪਹਿਲਾਂ ਲਾ ਲਓ, ਉਦੋਂ ਦੇ ਕਲਾਕਾਰ ਅਤੇ ਅੱਜ ਦੇ ਕਲਾਕਾਰਾਂ 'ਚ ਕਿੰਨਾ ਫਰਕ ਹੈ। ਅਤੇ ਪੁਰਾਣੇ ਕਲਾਕਾਰਾਂ ਵਿੱਚੋਂ ਸਾਡੇ ਨਾਲ ਨੇ ਸੁਖਦੇਵ ਪਾਲੀ ਜੀ, ਜੋ ਉਸ ਟਾਈਮ ਸ਼ਰਵਣ ਦਾ ਪਾਠ ਕਰਦੇ ਸੀਗੇ ਅਤੇ ਉਹ ਸਾਡੇ ਨਾਲ ਨੇ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਅੱਜ ਕੱਲ੍ਹ ਦੀ ਅਤੇ ਪਹਿਲਾਂ ਵਾਲੀ ਜੋ ਰਾਮਲੀਲਾ ਹੁੰਦੀ ਸੀਗੀ ਉਹਦੇ 'ਚ ਕਿੰਨਾ ਕੁ ਫਰਕ ਮਹਿਸੂਸ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਇੱਕ ਗੱਲ ਦੱਸੋ ਜੀ, ਤੁਸੀਂ ਕਿਹੜੀ ਉਮਰ 'ਚ ਆਪਣਾ ਜਿਹੜੀ ਰਾਮਲੀਲਾ ਹੈ ਇਹ ਕਰਨੀ ਸ਼ੁਰੂ ਕੀਤੀ? ਮੈਂ ਸੰਨ 69 ਯਾਨੀ 69 ਦੇ ਵਿੱਚ ਰਾਮਲੀਲਾ ਦੇ ਵਿੱਚ ਪਹਿਲੀ ਵਾਰੀ ਸ਼ਰਵਣ ਕੁਮਾਰ ਦਾ ਰੋਲ ਕੀਤਾ ਸੀ ਅਤੇ ਲਗਾਤਾਰ ਮੈਂ 35 ਸਾਲ ਸ਼ਰਵਣ ਕੁਮਾਰ ਦਾ ਰੋਲ ਕਰਦਾ ਰਿਹਾ। ਅਤੇ ਇਹ ਜੋ ਸ਼ਰਵਣ ਕੁਮਾਰ ਨਾਈਟ ਹੁੰਦੀ ਹੈ, ਫਸਟ ਡੇ ਹੁੰਦੀ ਹੈ, ਅਤੇ ਇਹ ਮਤਲਬ ਜੋ ਵੀ ਸਾਡੇ ਇਸ ਮੇਰੇ ਹੁੰਦੇ ਹੋਏ ਚੀਫ ਗੈਸਟ ਗਿਆਨੀ ਜੈਲ ਸਿੰਘ ਜੀ, ਜਿਹੜੇ ਕਿ ਉਸ ਵੇਲੇ ਦੇ ਮੁੱਖ ਮੰਤਰੀ ਸਨ, ਉਹ ਵੀ ਇੱਥੇ ਚੀਫ ਗੈਸਟ ਬਣ ਕੇ ਆਏ ਸਨ ਅਤੇ ਉਹਨਾਂ ਨੇ ਬਹੁਤ ਹੀ ਲਾਈਕ ਕੀਤਾ, ਬਹੁਤ ਹੀ ਪਿਆਰ ਕੀਤਾ, ਕਿਉਂਕਿ ਉਦੋਂ ਮੈਂ ਬੱਚਾ ਸੀ ਅਤੇ ਉਹਨਾਂ ਨੇ ਬੱਚੇ ਦੇ ਰੋਲ ਦੇ ਵਿੱਚ ਮੈਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਕੀਤਾ। ਅਤੇ ਤੁਸੀਂ ਉਸ ਵੇਲੇ ਦੀ ਜੋ ਰਾਮਲੀਲਾ ਦੀ ਸਟੇਜ ਸੀਗੀ, ਕਲਾਕਾਰ ਸੀਗੇ, ਅਤੇ ਅੱਜ ਕੱਲ੍ਹ ਦੇ ਕਲਾਕਾਰਾਂ 'ਚ ਕੀ ਫ਼ਰਕ ਤੁਸੀਂ ਮਹਿਸੂਸ ਕਰ ਰਹੇ ਹੋ? ਕੁਛ ਫ਼ਰਕ ਤਾਂ ਦੇਖੋ, ਵੈਸੇ ਤਾਂ ਅੱਜ ਕੱਲ੍ਹ ਹਰ ਗੱਲ ਦੇ ਵਿੱਚ ਹੀ ਆ ਗਿਆ। ਇਸੇ ਤਰ੍ਹਾਂ ਕਲਾ ਦੇ ਵਿੱਚ ਵੀ ਫਰਕ ਆਇਆ, ਰਾਮਲੀਲਾ ਦੇ ਵਿੱਚ ਵੀ ਫਰਕ ਆਇਆ। ਪਹਿਲਾਂ ਜਦੋਂ ਰਾਮਲੀਲਾ ਹੁੰਦੀ ਸੀਗੀ ਅਤੇ ਇੱਕ ਡੇਢ ਮਹੀਨਾ ਪਹਿਲਾਂ ਰਿਹਰਸਲਾਂ ਹੁੰਦੀਆਂ ਸੀ
ਤੇ ਹਰ ਬੰਦਾ ਜੋ ਜਿਹਨੂੰ ਵੀ ਕੋਈ ਕਰੈਕਟਰ ਦਿੱਤਾ ਜਾਂਦਾ ਸੀ ਉਹ ਕਰੈਕਟਰ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਉਸ ਕਰੈਕਟਰ ਨੂੰ ਉਭਾਰ ਕੇ ਲਿਆਉਣਾ ਚਾਹੁੰਦਾ ਸੀਗਾ ਤਾਂ ਜੋ ਲੋਕ ਉਹਨਾਂ ਦੇ ਕਰੈਕਟਰ ਨੂੰ ਉਹ ਕਿਸੇ ਵੀ ਰੋਲ ਦੇ ਵਿੱਚ ਹੋਵੇ ਉਹਨਾਂ ਨੂੰ ਪਸੰਦ ਕਰਨ ਤੇ ਹੈ ਕਰਨ ਦਾ। ਤੇ ਉਹਨਾਂ ਦੇ ਮਤਲਬ ਕਰਦੇ ਜ਼ਰੂਰ ਆ ਪਰ ਪਹਿਲਾਂ ਵਰਗੀ ਮਿਹਨਤ ਨਹੀਂ ਕਰਦੇ। ਪਹਿਲਾਂ ਮਿਹਨਤ ਕਰਦੇ ਸੀ ਤੇ ਹੁਣ ਮਤਲਬ ਜਿਵੇਂ ਜੋ ਉਹਨਾਂ ਨੂੰ ਪਿੱਛੋਂ ਡਾਇਲੌਗ ਦੱਸ ਰਿਹਾ ਉਹ ਵੀ ਸੁਣਦੇ ਹੁੰਦੇ ਹੈ, ਜੋ ਉਹ ਬੋਲ ਰਹੇ ਆ ਉਹ ਵੀ ਸੁਣ ਰਹੇ ਹੁੰਦੇ ਹੈ। ਤੇ ਪਹਿਲਾਂ ਹਰ ਕਰੈਕਟਰ ਜਿਹੜਾ ਸੀ ਕੋਈ ਵੀ ਜਿਹੜਾ ਗਾਣਾ ਵਗੈਰਾ ਉਹਦੇ ਕਰੈਕਟਰ 'ਚ ਹੁੰਦਾ ਸੀ ਉਹ ਖੁਦ ਹੀ ਗਾਉਂਦਾ ਸੀਗਾ। ਪਰ ਹੁਣ ਇਹ ਹੋ ਗਿਆ ਕਿ ਗਾਉਣ ਵਾਲਾ ਪਿੱਛੇ ਫਿਲਮਾਂ ਵਾਂਗੂ ਕਿ ਗਾਉਣ ਵਾਲਾ ਹੋਰ ਹੁੰਦਾ ਤੇ ਉਹਦੇ ਐਕਟਿੰਗ ਕਰਨ ਵਾਲਾ ਕੋਈ ਹੋਰ ਹੁੰਦਾ ਹੈ। ਤੇ ਇਸ ਕਰਕੇ ਮਤਲਬ ਪਹਿਲਾਂ ਔਰ ਹੁਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਖਰੜ ਦੇ ਵਿੱਚ 2 ਰਾਮਲੀਲਾ ਹੁੰਦੀਆਂ ਨੇ, ਇੱਕ ਜਿਹਨੂੰ ਪੁਰਾਣੀ ਰਾਮਲੀਲਾ ਕਹਿੰਦੇ ਸੀ ਜਿਹਦੇ 'ਚ ਮੈਂ ਤਕਰੀਬਨ 35 ਸਾਲ ਰੋਲ ਕੀਤਾ। ਇੱਕ ਨਵੀਂ ਰਾਮਲੀਲਾ ਹੋਈ ਸੀ ਉਹ ਬੱਚਿਆਂ ਨੇ ਸ਼ੁਰੂ ਕੀਤੀ ਸੀ ਪਰ ਅੱਜ ਉਹ ਜਵਾਨ ਹੋ ਗਏ ਨੇ ਤੇ ਉਹ ਰਾਮਲੀਲਾ ਜਿਹੜੀ ਹੈ ਲੋਕੀ ਉਹਨੂੰ ਇਸ ਕਰਕੇ ਜ਼ਿਆਦਾ ਪਸੰਦ ਕਰਨ ਲੱਗ ਗਏ ਕਿ ਉੱਧਰਲੇ ਕਲਾਕਾਰ ਉਹ ਅਜੇ ਮਿਹਨਤ ਕਰਦੇ ਨੇ ਤੇ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਆਪਣੇ ਆਪ 'ਤੇ ਇਹ ਮਾਣ ਹੈ ਕਿ ਉਸ ਤਾਂ ਇੰਨੇ ਸਾਲ ਹੋ ਗਏ ਕਰਦਿਆਂ ਨੂੰ ਸਾਨੂੰ ਤਾਂ ਸਭ ਕੁਝ ਯਾਦ ਹੀ ਹੈ। ਤੇ ਇਹ ਵੀ ਬਹੁਤ ਫਰਕ ਪੈਂਦਾ। ਤੁਹਾਡੇ ਜਦੋਂ ਤੁਸੀਂ ਰਾਮਲੀਲਾ ਨਾਲ ਜੁੜੇ ਹੋਏ ਸੀਗੇ ਉਦੋਂ ਦੀ ਕੋਈ ਇੱਦਾਂ ਦੀ ਗੱਲ ਜਿਹੜੀ ਤੁਸੀਂ ਹਮੇਸ਼ਾ ਯਾਦ ਰੱਖੋਗੇ, ਕੋਈ ਇੱਦਾਂ ਕੋਈ ਘਟਨਾ ਜਾਂ ਕੋਈ ਇੱਦਾਂ ਦੀ ਕੋਈ ਗੱਲ ਤੁਹਾਡੇ ਨਾਲ ਹੋਈ? ਰਾਮਲੀਲਾ ਦੇ ਵਿੱਚ ਘਟਨਾਵਾਂ ਤਾਂ ਬਹੁਤ ਹੀ ਹੁੰਦੀਆਂ ਨੇ, ਕੁਝ ਸੀਰੀਅਸ, ਕੁਝ ਮਤਲਬ ਹਾਸੇ ਦੀਆਂ ਗੱਲਾਂ ਵੀ ਪੈਦਾ ਹੁੰਦੀਆਂ ਨੇ। ਸੋ ਇੱਕ ਵਾਰੀ ਦੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਹਾਂ ਕਿ ਸਾਡੇ ਜੋ ਅੰਗਦ ਬਣਦਾ ਸੀਗਾ ਉਹ ਪੈਰ ਜਮਾਈ ਖੜਾ ਸੀ ਸਟੇਜ 'ਤੇ ਹਰ ਰਾਵਣ ਕੋਲੋਂ ਆਗਿਆ ਲੈ ਕੇ ਹਰ ਬੰਦਾ ਉਹਦੇ ਪੈਰ ਚੱਕਣ ਦੀ ਕੋਸ਼ਿਸ਼ ਕਰਦਾ ਸੀ। ਤਾਂ 2 ਸਾਡੇ ਇੱਕ ਜੋਕਰਾਂ ਦਾ ਰੋਲ ਕਰਦੇ ਸੀ, ਉਹਨਾਂ ਨੇ ਵੀ ਕੋਸ਼ਿਸ਼ ਕਿਹਾ ਜੀ ਮਹਾਰਾਜ ਸਾਨੂੰ ਵੀ ਮੌਕਾ ਦਿਓ। ਉਹਨਾਂ ਨੇ ਜਦੋਂ ਉਹਦੀ ਲੱਤ ਚੱਕਣ ਲੱਗੇ ਉਹਨਾਂ ਨੇ ਸੱਚੀ ਮੁੱਚੀ ਲੱਤ ਇਹੋ ਜਿਹੀ ਚੱਕੀ ਕਿ ਅੰਗਦ ਵੀ ਸਟੇਜ ਤੋਂ ਥੱਲੇ ਤੇ ਜੋਕਰ ਵੀ ਸਟੇਜ ਤੋਂ ਥੱਲੇ। ਸੋ ਇਸ ਇੱਕ ਹੋਇਆ ਤਾਂ ਕੁਦਰਤੀ ਹੈ ਲੇਕਿਨ ਇੱਕ ਉਹ ਹਾਸੇ ਵਾਲੀ ਗੱਲ ਬਣ ਗਈ ਹੈ ਤੇ ਬੜੀ ਮੁਸ਼ਕਲ ਤੋਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸੰਭਾਲਿਆ। ਸੋ ਇਸ ਤਰ੍ਹਾਂ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਬਹੁਤ। ਤੇ ਦੂਜੀ ਗੱਲ ਇਹ ਹੈ ਵੀ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਸਾਡੇ ਵੇਲੇ ਜਿਹੜੇ ਉਦਘਾਟਨ ਕਰਨ ਆਉਂਦੇ ਸੀਗੇ ਤਕਰੀਬਨ ਮੰਤਰੀ, ਮੁੱਖ ਮੰਤਰੀ ਇਸ ਤਰ੍ਹਾਂ ਆਉਂਦੇ ਸੀਗੇ ਤੇ ਕਲੱਬ ਵਾਲਿਆਂ ਨੂੰ ਕੋਈ ਉਹਨਾਂ ਤੱਕ ਇਹ ਨਹੀਂ ਸੀਗਾ ਹੁੰਦਾ ਕਿ ਸਾਨੂੰ ਇਹ ਬਹੁਤ ਪੈਸੇ ਦੇ ਕੇ ਜਾਣਗੇ ਤਾਂ ਬੁਲਾਉਣਾ, ਨਹੀਂ ਉਹ ਇੱਜ਼ਤ ਮਾਣ ਕਰਕੇ ਬੁਲਾਉਂਦੇ ਸੀ ਉਹਨਾਂ ਨੂੰ। ਤੇ ਤੁਸੀਂ ਦੇਖਿਆ ਸਾਡੇ ਨਾਲ ਸੁਖਦੇਵ ਪਾਲੀ ਜੀ ਨੇ ਜੋ 35 ਸਾਲ ਲਗਾਤਾਰ ਸ਼ਰਵਣ ਦਾ ਪਾਠ ਕਰਦੇ ਰਹੇ ਨੇ। ਤੇ ਆਪਾਂ ਹੁਣ ਸਾਡੇ ਨਾਲ ਹੋਰ ਕਲਾਕਾਰ ਵੀ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ, ਤੁਹਾਡੀ ਕਰਵਾਉਂਦੇ ਹਾਂ ਉਹਨਾਂ ਨਾਲ ਮੁਲਾਕਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਇਸ ਵਕਤ ਸਾਡੇ ਨਾਲ ਉਹ ਕਲਾਕਾਰ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਕਲਾ ਦੇ ਭੰਡਾਰ, ਮਤਲਬ ਰਾਮਲੀਲਾ ਡਰਾਮਾਟਿਕ ਕਲੱਬ ਦੇ ਉਹ ਕਲਾਕਾਰ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਰੋਲ ਕੀਤੇ ਤੇ ਦਰਸ਼ਕਾਂ ਨੂੰ ਯਾਨੀ ਕਿ ਲੋਕਾਂ ਨੂੰ ਆਪਣੇ ਵੱਲ ਖਿੱਚਿਆ, ਜੋ ਕਿ ਹੁਣ ਤੱਕ ਲੋਕ ਉਹਨਾਂ ਨੂੰ ਯਾਦ ਕਰਦੇ ਨੇ। ਤੇ ਸਾਡੇ ਨਾਲ ਨੇ ਬ੍ਰਿਜ ਬਿਹਾਰੀ ਕਰਵਲ ਜੀ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕਰਵਲ ਸਾਹਿਬ, ਤੁਸੀਂ ਇਹ ਦੱਸੋ ਜਦੋਂ ਤੁਸੀਂ ਇਹ ਰਾਮਲੀਲਾ ਡਰਾਮਾਟਿਕ ਕਲੱਬ 'ਚ ਤੁਸੀਂ ਜੁਆਇਨ ਕੀਤਾ ਜਾਂ ਕਦੋਂ ਇਹ ਸ਼ੁਰੂ ਕੀਤਾ ਕਲੱਬ? ਕਲੱਬ ਜੀ ਆਈ ਥਿੰਕ 1964 'ਚ ਸ਼ੁਰੂ ਕਰਿਆ ਸੀ ਜੀ। ਉਹਦੇ ਸ਼ੁਰੂ ਕਰਨ ਵਾਲਿਆਂ ਦੇ ਵਿੱਚ ਮੇਰੇ ਫਾਦਰ ਸਾਧੂ ਰਾਮ जी और रतन लाल जी म्यूज़िक डायरेक्टर करते थे और राजकुमार जी जो, और हम तक खैर उस वक्त बड़े छोटे कलाकार थे। इन्होंने मिल के शुरू किया था, शायद 64-65 की बात है जी।
64 की बात है। और हम भी 64 से ही वहाँ पे छोटे बड़े कलाकार के रूप में पहले काम करते रहे हैं। उसके बाद फिर 35-40 साल हमने वहाँ उसमें काम किया। ਤੁਸੀਂ ਸਟਾਰਟਿੰਗ ਕਿਹੜੇ ਕਿਰਦਾਰ ਤੋਂ ਕੀਤੀ ਹੈ ਜੀ? स्टार्टिंग में करिए जी छोटे राम लक्ष्मण राम, छोटा राम जो है उसका, और उसके बाद उसके उनके जो बेटे लव कुश वो छोटे उनके इसमें शुरू करेंगे। ਉਸ ਤੋਂ ਬਾਅਦ ਜਿਹੜੇ ਤੁਸੀਂ ਪॉपुलर ਹੋਏ ਹੋ ਉਹ ਕਿਹੜੇ ਕਿਰਦਾਰ ਨਾਲ ਹੋਏ ਹੋ ਜ਼ਿਆਦਾ? पॉपुलर तो जी मैं सीता का रोल किया कई साल और राम का रोल किया। ज़्यादा मैं पॉपुलर राम और सीता के रोल में हुए। वैसे रोल तो मैंने लगभग जितने भी हैं वो सारे ही किए हैं। फिल्मी का भी किया है और दशरथ का भी किया है। मतलब ये था कि जो नहीं होता था, एब्सेंट हो जाता था किसी कारण से, उसमें हम वहाँ पे स्टेज के ऊपर अपना मेकअप करके चढ़ जाते थे। हमें मतलब हर चीज़, सारी रामायण जो है पिताजी के कारण, पिताजी मेरे साधु राम जी उनके कारण, क्योंकि सारा दिन वो पहले अपने शॉप पे बैठे हुए जो है प्लाट वगैरह बनाते रहते थे, रिहर्सल करवाते रहते थे। तो उनके तो जवानी याद थी रामायण, और हमारे भी हो गई थी। तो इसलिए हमें जब कोई भी कलाकार को कोई तकलीफ़ हो जाती थी या नहीं आता था किसी कारणवश, तो हम तो उसी वक्त अपने कपड़े जो है पहन के तैयार होके जो है स्टेज पे चले जाते थे। हमें रिहर्सल की किसी कोई ज़रूरत नहीं थी। ਇੱਦਾਂ ਦੀ ਕੋਈ ਤੁਹਾਡੇ ਜਦੋਂ ਤੁਸੀਂ ਰੋਲ ਕਰਦੇ ਸੀਗੇ, ਯਾਨੀ ਕਿ ਤੁਸੀਂ ਕਿੰਨੇ ਸਾਲ ਕੀਤਾ ਲਗਾਤਾਰ? मैं जी 35 साल रोल किया, 35 ईयर्स। अब मुझे रात को थोड़ा सा जाना, जागने में थोड़ी प्रॉब्लम होती है, इसलिए मैंने उनको हाथ जोड़ के माफ़ी मांगी। इस साल भी आए थे। ਜਦੋਂ ਤੁਸੀਂ ਪਹਿਲੀ ਵਾਰ ਸਟੇਜ ਤੇ ਗਏ ਹੋ ਉਦੋਂ ਤੁਸੀਂ ਉਮਰ ਕੀ ਸੀ? मेरी उम्र जी होगी 8-9 साल की होगी। ਜਦੋਂ ਤੁਸੀਂ ਪਹਿਲੀ ਵਾਰ ਸਟੇਜ ਤੇ? हाँ जी, हाँ जी। और शुरू में एक बहुत पॉपुलर गाना था, मम्मी मैं तो सीखूंगा गोली चलाना। वो हमारा बड़ा मशहूर गाना था। तो हमें ड्रेसेस वगैरह ला के दी गई थी और साथ में बंदूक वगैरह ला के दी गई थी। पाली जी और मैं, पाली जी नहीं, अपना यशपाल थे, यशपाल, वो और मैं दोनों ये गाना जो है गाया करते थे। और लगभग रोज़ इसकी फरमाइश आया करती थी कि आपने हर रोज़ ये गाना गाना है। तो उसके अलावा और भी बहुत जो है गाने जो है गाया करते थे, साथ में रोल भी किया करते थे। ਕੋਈ ਇੱਦਾਂ ਦਾ ਕੋਈ ਰਾਮਲੀਲਾ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਕੋਈ ਜਾਂ ਘਟਨਾ ਹੋਈ ਜਾਂ ਕੋਈ ਹਾਸੀ ਵਾਲੀ ਕੋਈ ਗੱਲ ਹੋਈ ਜਿਹੜੀ ਅੱਜ ਤੱਕ ਤੁਹਾਨੂੰ ਯਾਦ ਹੈ, ਉਹਦੇ ਬਾਰੇ ਤੁਸੀਂ ਸ਼ੇਅਰ ਕਰੋਗੇ? घटना की तो कोई ऐसी बात नहीं हुई आज तक। सब ठीक ठाक चलता रहा, सब बड़े मजाक और बड़े लाइट मूड के अंदर 35 साल जो है हर एक मेंबर से जो है वो मिलते जुलते रहे, काम करते रहे। किसी मेंबर ने कभी आज तक कोई गुस्ताखी नहीं की, सब मिलजुल के काम करते रहे। और अब भी मिलजुल के गुस्ताखी नहीं की, सब मिलजुल के काम करते रहे और अब भी मिलजुल के काम कर रहे हैं। क्योंकि ये क्लब जो है, इसकी नींव जो है बहुत अच्छे लोगों ने रखी हुई है। कहते हैं कि जिस चीज़ की नींव अच्छी होती है वो आगे भी बड़ी अच्छी तरह से चलता है। तो इस क्लब की नींव बहुत अच्छे लोगों ने रखी हुई है। तो ये देखिए 50 मेरे ख्याल 55 साल हो गए होंगे, 55 से भी ज़्यादा हो गए होंगे। तो ये बिल्कुल उसी तरह चल रहा है जिस तरह ये पहले चलता था। लोगों का कहना है ये कि खरड़ वाली रामलीला जो थी, ड्रामा और खरड़ ड्रामाटिक क्लब, ये दूर दूर तक मशहूर थे। हाँ जी, ये दूर दूर तक इसलिए मशहूर थी जी कि आस पास इतनी सीनरी जो है नहीं कहीं बनाई जाती थी। हमारे सीनरी डायरेक्टर ये ऐसी ऐसी सीनरियाँ लेके आया करते थे, पता नहीं कहाँ कहाँ से, सिनेमा से या कहीं से भी। तो उन सीनरियों को लोग देख के दंग रह जाया करते थे कि ये सीनरी बनी कैसे है। तो
इसलिए हमारी जो रामलीला है वो बहुत दूर 100 किलोमीटर 200 किलोमीटर तक जो है बहुत मशहूर थी, और लोग आया करते थे 50-50 किलोमीटर से तो आया करते थे, और इतनी भीड़ हुआ करती थी कि रात को 3-3 बजे तक भी हमने रामलीला करी है। 2 बजे तक तो आम होती है। पंजाब में मेरा ख्याल इतनी अच्छी रामलीला कहीं नहीं होती, अभी भी नहीं होती। सीनरियों से आपका मतलब है कि जो झांकियाँ दिखाते हैं वो झांकियाँ, इसके अलावा जैसे सीन के अंदर जो सीनरी आती है, जैसे हनुमान का उड़ना। अब हनुमान का उड़ना कोई छोटी मोटी बात तो है नहीं, तो हनुमान को उड़ाना, और इसी प्रकार बाहर से हनुमान उड़ता हुआ आ रहा है, लोग देख रहे हैं ये कैसे उड़ रहा है, किसी को पता नहीं, ऐसे बहुत सी सीनरियाँ। तो जैसे पहले माहौल होता था और आज का माहौल है, आपको कितना दोनों में क्या अंतर लगता है? अंतर तो जी ज़मीन आसमान का है। पहले तो ये होता था कि 9 बजे रामलीला शुरू होनी होती थी, और 5-6 बजे वहाँ पे लोगों ने आके अपनी जगह जो है वो रिज़र्व कर लेते थे, और 7-8 बजे जो है वो आधा पंडाल जो है फुल हो जाता था। तो अब जो शौक़ है, एक बात और बताऊं कि पहले जो बड़े अच्छे ख़ानदानों के लोग थे वो रामलीला देखने के लिए आया करते थे। वो पहले पास जो है वो डिस्ट्रीब्यूट किया करते थे, कुछ चेयर्स लगती थी, तो वो पहले ही वो पास मंगवा लिया करते थे कि आज हमने रामलीला देखने के लिए आना है। इतने अच्छे अच्छे घरों से लोग आया करते थे। तो अब भी अच्छे घरों से तो अब भी आते हैं, परंतु वो तादाद कम हो गई है। पहले शौक था लोगों को देखने का। यस, बहुत शौक़ था। शौक़ था तभी आते थे, शौक़ था तभी आते थे। अब वो इसलिए नहीं आते हैं कि कुछ वहाँ पर कई बार एक तो हल्ला गुल्ला ना हो जाए, कि थोड़ा नीचा तबका, उसके कारण समझ लीजिए, इस कारण वो नहीं आते कई बार। और वैसे भी आजकल जो लाइव वगैरह दिखा रहे हैं लोग घरों में बैठ के, उसके कारण भी, क्योंकि अगला सोचता है कि जो बहावा नहीं देखना है घर में मैं सेफ बैठ के देख लूँगा, तो मैं घर में बैठ जाता हूँ। बाकी ये रामलीला करने में कोई कमी नहीं है, रामलीला उतनी ही अच्छी हो रही है जितनी अच्छी पहले हो रही थी। आजकल जो नौजवान नई पीढ़ी है उनको कोई संदेश देना चाहती हो? हाँ, संदेश मेरा यही है जी कि मैं तो इस रामलीला के स्टेज को, क्योंकि मैं तो शुरू से इसके साथ जुड़ा हुआ हूँ, जब से ये स्टार्ट हुई है, मैं तो इसको एक रामलीला का स्टेज नहीं बल्कि एक गंगा का वो मानता हूँ। जितनी पवित्र गंगा है उतना ही पवित्र ये स्टेज है, तो उस पवित्रता को बनाए रखें। मैं एक बात और आपको बताऊँ कि पिताजी जब जनरल डायरेक्टर थे वो रामलीला के, तो जब तक पिताजी वहाँ जनरल डायरेक्टर रहे, स्टेज के ऊपर कोई जुत्ती लेकर नहीं चढ़ सकता था। इतना डर था पिताजी का कि वो कहते थे कि अगर जुत्ती किसी ने देख ली उन्होंने मास्टर जी ने, तो हमारी तो शामत आ जाएगी, तो जुत्ती नहीं लेकर चढ़ते थे। और अष्टमी के दिन तो इतनी शुद्धता रखी जाती थी कि बहुत ही ज़्यादा, कोई मैं कल वहाँ सिगरेट पान भी नहीं जो है वो खा के नहीं आता था। तो मेरी तो यही संदेश रहेगा कि जो पीछे हमारे बुज़ुर्गों ने हमें ये सिखाया है उसी के ऊपर हम चलें। इस रामलीला का जो इतने साल अच्छी तरीके से हो रही है, इसको जो है आगे और बढ़ाएं, सालों साल इस ये रामलीला चलती रहे, खरड़ का नाम रोशन होता है। बहुत बहुत धन्यवाद जी। थैंक यू जी, थैंक यू वेरी मच। ਹੁਣ ਸਾਡੇ ਨਾਲ ਉਹ ਕਲਾਕਾਰ ਨੇ ਜੋ ਕਿ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਉਹਨਾਂ ਦੇ ਬ੍ਰਦਰ ਯਾਨੀ ਕਿ ਭਰਾ ਦਾ ਰੋਲ ਕਰਿਆ ਲਕਸ਼ਮਣ ਜੀ ਦਾ, ਤੇ ਇਹਨਾਂ ਨੇ ਕਿੰਨੀ ਦੇਰ ਇਹ ਰੋਲ ਕੀਤਾ, ਕੀ ਇਹਨਾਂ ਨਾਲ ਉੱਥੇ ਗੱਲਬਾਤ ਹੋਈ ਸਟੇਜ ਤੇ ਇਹਨਾਂ ਨਾਲ ਆਪਾਂ ਸਾਂਝੀਆਂ ਕਰਦੇ ਨੇ ਗੱਲਾਂ। ਸਾਡੇ ਨਾਲ ਨੇ ਮਦਨ ਲਾਲ ਸ਼ਰਮਾ ਜੀ। ਹਾਂਜੀ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ। ਸਾਨੂੰ ਇਹ ਦੱਸੋ ਜੀ, ਤੁਸੀਂ ਜਿਹੜਾ ਆਪਣਾ ਲਕਸ਼ਮਣ ਜੀ ਦਾ ਰੋਲ ਕੀਤਾ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਉਹਨਾਂ ਦੇ ਭਰਾ ਦਾ, ਤੇ ਕਿੰਨੇ ਸਾਲ ਤੁਸੀਂ ਇਹ ਲਗਾਤਾਰ ਰੋਲ ਕੀਤਾ? ਮੈਂ ਜੀ ਅੰਦਾਜ਼ਾ ਤਕਰੀਬਨ ਕੋਈ 39-40 ਸਾਲ ਕੀਤਾ ਹੈਗਾ। ਅਤੇ ਪਹਿਲੇ ਵੀਰ ਦੀਵਾਨਾ ਜੀ ਹੁੰਦੇ ਸੀਗੇ,
ਵੇਦਵਾਨ ਛੱਡ ਕੇ ਚਲੇ ਗਏ ਸੀਗੇ। ਫਿਰ ਸਾਡੇ ਰਾਮ ਪ੍ਰੇਮੀ ਜੀ ਕਹਿੰਦੇ ਜੀ, ਪ੍ਰੇਮ ਜੀ, ਫਿਰ ਮੈਂ ਉਹਦੇ ਨਾਲ ਕੀਤਾ ਜੀ, ਪ੍ਰੇਮ ਚੰਦ ਜੀ ਨਾਲ। ਅਤੇ ਸਾਡੇ ਕਲੱਬ ਦੇ ਵਿੱਚ ਬੰਦੇ ਬਹੁਤ ਥੋੜ੍ਹੇ ਹੁੰਦੇ ਸੀਗੇ, ਅਤੇ ਸਾਡੇ ਕਲੱਬ ਦੇ ਕੋਈ ਇੰਨਾ ਸਮਾਨ ਨਹੀਂ ਹੁੰਦਾ ਸੀਗਾ। ਮੈਂ ਥੋੜ੍ਹਾ ਬਹੁਤਾ ਸਮਾਨ ਘਰ ਤੋਂ ਬਣਾਉਣਾ, ਜੁਰਾਬਾਂ ਰੁਮਾਲਾਂ ਘਰ ਤੋਂ ਲੈ ਜਾਂਦਾ ਸੀਗਾ। ਕਲੱਬ ਦੇ ਵਿੱਚ ਕੋਈ ਇੰਨਾ ਸਮਾਨ ਨਹੀਂ ਹੁੰਦਾ ਸੀਗਾ। ਇੱਕ ਦਿਨ ਸਾਡਾ ਮਿਸ ਹੋ ਗਿਆ, ਬੰਦਾ ਕੋਈ ਆਇਆ ਨਹੀਂ, ਅਤੇ ਮੈਨੂੰ ਕਲੱਬ ਵਾਲੇ ਕਹਿਣ ਲੱਗੇ ਤੂੰ ਕਕਈ ਦਾ ਰੋਲ ਕਰ ਲੈ। ਮੈਂ ਕਿਹਾ ਮੈਂ ਕਕਈ ਦਾ ਰੋਲ ਨਹੀਂ ਕਰ ਸਕਦਾ, ਲਕਸ਼ਮੀ ਦਾ ਕਰ ਰਿਹਾ। ਉਹ ਕਹਿੰਦੇ ਉਸ ਨਾਈਟ ਨੂੰ ਤੁਹਾਡਾ ਕੋਈ ਰੋਲ ਨਹੀਂ ਹੈਗਾ, ਤੁਸੀਂ ਬੇਟਾ ਜੀ ਕਰੋ, ਕੋਈ ਐਸੀ ਗੱਲ ਨਹੀਂ ਹੈਗੀ। ਮੈਂ ਸਿਹਤ ਦਾ ਪਤਲਾ ਸੀ, ਸੁਨੱਖਾ ਸੀਗਾ, ਘਰ ਤੋਂ ਸਾੜੀਆਂ ਲੈ ਗਿਆ, ਜੋ ਵੀ ਲੇਡੀ ਸਮਾਨ ਹੁੰਦਾ ਸੀਗਾ ਮੈਂ ਆਪਣੇ ਘਰ ਤੋਂ ਲੈ ਜਾਂਦਾ ਸੀਗਾ। ਔਰ ਲੋਕਾਂ ਨੇ ਇੰਨਾ ਪਸੰਦ ਕੀਤਾ, ਇੰਨੀਆਂ ਤਾੜੀਆਂ ਮਾਰਦੇ ਸੀਗੇ। ਅੱਗੇ ਵਾਸਤੇ ਕਹਿੰਦਾ ਰੋਲ ਕਰੇਗਾ ਤਾਂ ਲਕਸ਼ਮੀ ਦਾ ਮਦਨ ਲਾਲ ਹੀ ਕਰੇਗਾ ਜੀ, ਹੋਰ ਕਿਸੇ ਕੋਲ ਅਸੀਂ ਕਰਾਉਣਾ ਨਹੀਂ। ਕਕਈ ਦਾ ਰੋਲ, ਥੈਂਕ ਯੂ, ਕਕਈ ਦਾ ਰੋਲ ਕਰੇਗਾ ਅਤੇ ਮਦਨ ਲਾਲ ਹੀ ਕਰੇਗਾ, ਹੋਰ ਕੋਈ ਨਹੀਂ ਕਰੇਗਾ। ਸਾਰੇ ਕਲੱਬ ਵਾਲੇ ਕਹਿਣ ਲੱਗੇ, ਅਤੇ ਜਿਹੜੀ ਪਬਲਿਕ ਦੇਖਣ ਵਾਸਤੇ ਆਉਂਦੀ ਸੀਗੀ ਉਹਨੇ ਹੱਥ ਖੜ੍ਹ ਕੇ ਕਿਹਾ ਵੀ ਅੱਗੇ ਨੂੰ ਲਕਸ਼ਮਣ ਜੀ ਜਿਹੜਾ ਰੋਲ ਹੈ ਇਹੀ ਕਕਈ ਦਾ ਰੋਲ ਕਰਨਗੇ। ਜਦੋਂ ਤੁਸੀਂ ਰਾਮਲੀਲਾ 'ਚ ਰੋਲ ਸ਼ੁਰੂ ਕੀਤਾ ਉਦੋਂ ਕੀ ਉਮਰ ਸੀਗੀ ਤੁਹਾਡੀ? ਉਸ ਟਾਈਮ ਮੇਰੀ ਉਮਰ ਕੋਈ ਜ਼ਿਆਦਾ ਕੋਈ ਹੋਣੀ ਜੀ, ਕੋਈ 18-20 ਸਾਲ ਦੀ। ਅਤੇ 40 ਸਾਲ ਮੈਂ ਯਾਨੀ ਕਿ ਲਕਸ਼ਮਣ ਦਾ ਰੋਲ ਕਰਿਆਗਾ ਵਿਚਕਾ ਪਾਰਟ ਦੇ ਵਿੱਚ, ਫਿਰ ਕਕਈ ਦਾ ਕਰ ਲੈਂਦਾ ਸੀਗਾ। ਅਤੇ ਤੁਹਾਨੂੰ ਕੀ ਲੱਗਦਾ ਇਹ ਲੋਕ ਜ਼ਿਆਦਾ ਲਕਸ਼ਮਣ ਨੂੰ ਪਸੰਦ ਕਰਦੇ ਸੀ ਜਾਂ ਕਕਈ ਨੂੰ? ਕਕਈ ਦੇ ਵਿੱਚ ਤਾਂ ਹੱਸਦੇ ਲੋਕ ਬਹੁਤ ਜ਼ਿਆਦਾ ਸੀ, ਬਹੁਤ ਹੀ ਜ਼ਿਆਦਾ ਹੱਸਦੇ ਸੀਗੇ, ਕਿਉਂਕਿ ਮੇਰੀ ਆਵਾਜ਼ ਬਰੀਕ ਪਤਲੀ ਜਿਹੀ ਹੁੰਦੀ ਸੀ, ਸਿਹਤ ਮੈਂ ਪਤਲਾ ਹੁੰਦਾ ਸੀ, ਸੁਨੱਖਾ ਹੁੰਦਾ ਸੀਗਾ, ਸਾੜੀਆਂ ਵਧੀਆ ਘਰ ਤੋਂ ਲੈ ਕੇ ਜਾਂਦਾ ਸੀਗਾ, ਕੱਪੜੇ ਫੈਂਸੀ ਪਾਉਂਦਾ ਸੀਗਾ। ਸਾਰੇ ਕਹਿੰਦੇ ਵਾਕਿਆ ਲੇਡੀਜ਼ ਹੈ, ਜੈਂਟਸ ਹੈ ਹੀ ਨਹੀਂ, ਇਹ ਲਕਸ਼ਮਣ ਕਹਿਣ ਨੂੰ ਲਕਸ਼ਮਣ ਹੈਗਾ, ਲੇਕਿਨ ਹੈ ਲੇਡੀਜ਼ ਕਕਈ। ਅਤੇ ਤੁਸੀਂ ਹੁਣ ਇੰਨੇ ਦੇਰ ਰਾਮਲੀਲਾ ਨਾਲ ਜੁੜੇ ਰਹੇ ਹੋ, ਤਾਂ ਉਸ ਤੋਂ ਬਾਅਦ ਜਿਹੜੀ ਹੁਣ ਅੱਜ ਕੱਲ੍ਹ ਜੋ ਰਾਮਲੀਲਾ ਹੋ ਰਹੀ ਹੈ, ਜਨਰੇਸ਼ਨ ਅੱਜ ਕੱਲ੍ਹ ਦੇ ਮੁੰਡੇ ਜੋ ਕੰਮ ਕਰ ਰਹੇ ਨੇ, ਅਤੇ ਪਹਿਲਾਂ ਅਤੇ ਹੁਣ ਵਿੱਚ ਤੁਹਾਨੂੰ ਕੀ ਫ਼ਰਕ ਮਹਿਸੂਸ ਲੱਗਦਾ? ਉਹਨਾਂ ਦਿਨਾਂ 'ਚ ਸਾਡੇ ਜਿੰਨੇ ਕਲੱਬ ਦੇ ਮੈਂਬਰ ਹੁੰਦੇ ਸੀ ਨਾ, ਉਹ ਪਾਠ ਮੂੰਹ ਜ਼ਬਾਨੀ ਯਾਦ ਕਰ ਲੈਂਦੇ ਸੀਗੇ, ਪਿੱਛੋਂ ਪ੍ਰੋਮੋਟ ਲੈਣ ਦੀ ਲੋੜ ਨਹੀਂ ਪੈਂਦੀ ਸੀ ਕਿ ਲਫ਼ਜ਼ ਕਿਹੜਾ ਬੋਲਣਾ ਹੈਗਾ ਜਾਂ ਗਾਣਾ ਕਿਹੜਾ ਬੋਲਣਾ ਹੈਗਾ, ਕਿਉਂਕਿ ਸਾਨੂੰ 15-20 ਸਾਲ ਹੋ ਗਏ ਸੀ ਕਿ ਸਾਨੂੰ ਸ਼ੌਂਕ ਵੀ ਹੁੰਦਾ ਸੀਗਾ ਅਤੇ ਯਾਦਦਾਸ਼ਤ ਵੀ ਸਾਡੀ ਹੁੰਦੀ ਸੀ ਵੀ ਅਸੀਂ ਇਹ ਕੰਮ ਕਰਨਾ, ਖੁਸ਼ੀ ਨਾਲ ਕੰਮ ਕਰਨਾ ਹੈਗਾ, ਅਤੇ ਇੰਟਰਸਟ ਹੁੰਦਾ ਸੀ ਮਤਲਬ ਇਸ ਚੀਜ਼ ਦਾ ਦੇਖਣ ਦਾ। ਅਤੇ ਹੁਣ ਤਾਂ ਉਹ ਗੱਲਾਂ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਹੈਗੇ, ਗਏ ਰਿਹਰਸਲ 'ਤੇ ਗਏ ਨਾ ਗਏ, ਉਹਨਾਂ ਕਹਿੰਦਾ ਅਸੀਂ ਕਰ ਲਾਂਗੇ ਜੀ, ਠੀਕ ਹੈ, ਲੇਕਿਨ ਉਹ ਪੁਰਾਣਾ ਮਾਹੌਲ ਬਿਲਕੁਲ ਨਹੀਂ ਹੈਗਾ। ਜਦ ਦਾ TV ਆਏਗਾ ਉਸ ਤੋਂ ਬਾਅਦ ਤਾਂ ਸਾਡੀ ਰਾਮਲੀਲਾ ਬਿਲਕੁਲ ਥੱਲੇ ਚਲੀ ਗਈ ਹੈਗੀ। ਨਹੀਂ, ਇਹ ਵੀ ਸੁਣਨ 'ਚ ਆਇਆ ਕਿ ਉਦੋਂ ਤਾਂ ਲੋਕਾਂ ਨੂੰ ਵੀ ਬਹੁਤ ਸ਼ੌਕ ਹੁੰਦਾ ਸੀਗਾ ਜੀ ਦੇਖਣ ਦਾ, ਦੂਰੋਂ ਲੋਕ ਦੇਖਣ ਆਉਂਦੇ ਸੀਗੇ। ਸਾਡੀ ਤਹਿਸੀਲ ਖਰੜ ਦੇ ਜਿੰਨੇ ਪਿੰਡ ਸੀ, ਸੰਤੇ ਮਾਜਰਾ ਸੀ, ਖਾਨਪੁਰ ਸੀਗਾ, ਲਾਂਡਰਾ ਰੋਡ ਸੀਗਾ, ਆਰੀਆ ਕਾਲਜ ਸੀਗਾ, ਇਹ ਸਾਰੇ ਲੋਕ ਪਿੰਡਾਂ ਬਲੌਂਗੀ ਸੀਗੀ, ਮਲੋਇਆ ਸੀਗੇ, ਲੋਕ ਟਰਾਲੀਆਂ 'ਤੇ ਟਰੱਕਾਂ 'ਤੇ ਆਉਂਦੇ ਸੀਗੇ, ਔਰ ਜਗ੍ਹਾ ਨਹੀਂ ਹੁੰਦੀ ਸੀ ਬੈਠਣ ਵਾਸਤੇ। ਕੋਈ ਦਿਨ ਜਿਸ ਦਿਨ ਲੜਾਈ ਵਾਲੀ ਨਹੀਂ ਹੁੰਦੀ ਸੀ, ਪੁਲਿਸ ਸਟੇਸ਼ਨ ਨੇੜੇ ਸੀਗੇ, ਉਹਨਾਂ ਬੜੀ ਨੱਠ-ਭੱਜ ਪੈ ਜਾਂਦੀ, ਬੈਠੋ ਕਰੀ ਜਾਂਦੇ ਸੀਗੇ, ਸੋਟੀਆਂ ਬੜੀ ਚੱਲਦੀ ਸੀ, ਲੋਕ ਫੇਰ ਹੀ ਬੈਠੇ ਰਹਿੰਦੇ ਸੀ। ਇਹ ਵੀ ਸੁਣਨ 'ਚ ਆਇਆ ਜੀ ਕਿ ਲੋਕ ਸ਼ਾਮੀ 5 ਵਜੇ ਹੀ ਆ ਕੇ ਜਗ੍ਹਾ 'ਤੇ ਬੈਠ ਜਾਂਦੇ ਸੀਗੇ। ਜਗ੍ਹਾ ਬਹੁਤ ਸ਼ਾਰਟੇਜ ਹੁੰਦੀ ਸੀਗੀ, ਉਸ ਮਹੱਲੇ ਦੇ ਲੋਕ, ਸ਼ਹਿਰ ਦੇ ਲੋਕ ਸਾਰੇ ਆਪਣੀ ਬੋਰੀਆਂ ਵਿਛਾ ਦਿੰਦੇ ਸੀਗੇ, ਕੋਈ ਥੋੜ੍ਹੀ ਬਹੁਤੀ 100-200 ਕੁਰਸੀਆਂ ਗਸਟਰ ਅਫੀਸਰਾਂ ਵਾਸਤੇ ਰੱਖੀ ਹੁੰਦੀ ਸੀਗੀਆਂ, ਤਹਿਸੀਲਦਾਰ ਸਾਹਿਬ ਵਗੈਰਾ, SD ਵਗੈਰਾ, SHO ਵਗੈਰਾ ਦੇ ਉਹਨਾਂ ਦੇ ਬੱਚੇ ਆਉਂਦੇ ਸੀਗੇ, ਵਕੀਲਾਂ ਦੇ ਬੱਚੇ ਆਉਂਦੇ ਸੀਗੇ, ਉਹਨਾਂ ਵਾਸਤੇ ਕੁਰਸੀਆਂ ਹੁੰਦੀਆਂ ਸੀਗੀਆਂ। ਬਾਕੀ ਆਮ ਜਨਤਾ ਵਾਸਤੇ ਪਿੱਛੇ ਬੈਠਣ ਵਾਸਤੇ ਜਾਂ ਗਲੀ ਦੇ ਵਿੱਚ ਬੱਚੇ ਆ ਕੇ ਦਰੀਆਂ ਵਿਛਾ ਲੈਂਦੇ ਸੀ, ਆਪਣੀ ਬੋਰੀਆਂ ਵਿਛਾ ਲੈਂਦੇ ਸੀਗੇ, ਉਹਨਾਂ 'ਤੇ ਬੈਠ ਕੇ ਰਾਤ ਨੂੰ 12-1 ਤਾਂ ਵੱਜ ਜਾਂਦਾ ਸੀ ਘੱਟ ਤੋਂ ਘੱਟ। ਤੁਸੀਂ ਹੁਣ ਜਿਹੜੀ ਨਵੀਂ ਜਨਰੇਸ਼ਨ ਹੈ, ਬੱਚੇ ਨਵੇਂ ਹੈ ਜਿਨ੍ਹਾਂ ਨੂੰ ਸ਼ੌਕ ਹੈ ਇਹ ਚੀਜ਼ਾਂ ਕਰਨੇ ਦਾ, ਰਾਮਲੀਲਾ 'ਚ ਪਾਰਟ ਕਰਨ ਦਾ, ਉਹਨਾਂ ਨੂੰ ਕੋਈ ਤੁਸੀਂ ਸੰਦੇਸ਼ ਦੇਣਾ ਚਾਹੁੰਦੇ? ਸੰਦੇਸ਼ ਦੇ ਵੀ ਰਿਹਰਸਲ ਪੂਰੀ ਕਰੋ, ਲਫ਼ਜ਼ ਪੂਰੇ ਰੱਟੋ, ਪਿੱਛੋਂ ਪ੍ਰੋਮੋਟ ਲੈਣ ਦੀ ਲੋੜ ਹੀ ਨਾ ਪਿਆ ਕਰੇ। ਬਾਕੀ ਸਾਦਾ ਆਪਣਾ ਬਿਲਕੁਲ ਠੀਕ ਠਾਕ, ਯਾਨੀ ਕਿ ਖੁਸ਼ੀ ਨਾਲ ਕੰਮ ਕਰੋ, ਕਹਿੰਦਾ ਵੀ ਮੈਂ ਕੰਮ ਕਰਨਾ ਹੈਗਾ, ਇਹ ਨਾ ਕੰਮ ਕਰੋ ਵੀ ਮੈਂ ਤਾਂ ਦੇਖਣ ਜਾਣਾ ਜਾਂ ਕਰਨ ਜਾਣਾ ਹੈਗਾ, ਜੋ ਮੂੰਹ 'ਤੇ ਲਫ਼ਜ਼ ਬੋਲ ਦਿੱਤਾ। ਲੇਕਿਨ ਅੱਗੇ ਉਹ ਗੱਲ ਨਹੀਂ ਹੁੰਦੀ ਕਿ ਲਫ਼ਜ਼ ਨੂੰ ਅਸੀਂ ਯਾਦ ਕਰਕੇ ਜਾਂਦੇ ਸੀ ਘਰੋਂ ਵੀ ਸਵੇਰੇ ਸਟੇਜ 'ਤੇ ਜਾ ਕੇ ਰਾਤੀ ਕੀ ਬੋਲਣਾ ਹੈਗਾ। ਹੁਣ ਉਹ ਗੱਲ ਰਹੀ ਨਹੀਂ ਹੈਗੀ, ਆਪਣੀ ਮਰਜ਼ੀ ਨਾਲ ਕਰਦੇ ਹਾਂ, ਕੋਈ ਕਿਸੇ ਰੋਕ ਟੋਕ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ। ਅੱਗੇ ਹਰਾ ਕੇ ਅਸੀਂ ਪੈਰਿਆ ਮਾਸਟਰ ਸਾਹਿਬ ਪੈਰਾ ਥਲਾਉਂਦੇ ਸੀਗੇ, ਬਾਜੇ ਵਾਲੇ ਪੈਰਾ ਥਲਾਉਂਦੇ ਵੀ ਸਾਡੇ ਗੁਰੂ ਹੈ, ਸਾਨੂੰ ਇਹਨਾਂ ਨੇ ਸਿਖਾਇਆ ਵੀ ਹੈਗਾ, ਅਸੀਂ ਉਹਨਾਂ ਬਹੁਤ ਹੀ ਆਦਰ ਮਾਣ ਕਰਦੇ ਸੀਗੇ। ਬਾਕੀ ਹੁਣ ਅੱਗੇ ਗੱਲ ਇਹ ਕਹਿਣ ਲੱਗੇ ਜੀ ਵੀ ਜਿਹੜਾ ਨਸ਼ਾ ਚੱਲ ਰਿਹਾ ਹੈਗਾ, ਇਹ ਲੋਕਾਂ ਨੂੰ ਪਬਲਿਕ ਦੇ ਵਿੱਚ ਨਸ਼ਾ ਨਹੀਂ ਕਰਨਾ ਚਾਹੀਦਾ। ਧਾਰਮਿਕ ਜਗ੍ਹਾ ਹੈਗੀ, ਧਾਰਮਿਕ ਸਟੇਜ ਹੈਗਾ, ਸ਼੍ਰੀ ਰਾਮ ਚੰਦਰ ਜੀ ਦਾ ਨਾਂ ਲਿਆ ਜਾਂਦਾ ਹੈਗਾ, ਹੋਰੀ ਦੇਵੀ ਦੇਵਤਾ ਨਾਂ ਲਿਆ ਜਾਂਦਾ ਹੈਗਾ।
ਆਰਤੀ ਦੇਵੀ ਦੀ ਕਰੀ ਜਾਂਦੀ ਹੈਗੀ, ਭੋਲੇ ਭੋਲੇ ਸ਼ੰਕਰ ਦੀ ਕਰੀ ਜਾਂਦੀ ਹੈ। ਇਸ ਵਾਰ ਕਿਸੇ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ। ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਜਿਹੜੇ ਅੱਜ ਦੇ ਨਵੇਂ ਐਕਟਰ ਹੈਗੇ ਜਾਂ ਪਬਲਿਕ ਵਗੈਰਾ ਹੈਗੀ, ਉਹਨਾਂ ਨੂੰ ਦੇਖਣ ਵਾਸਤੇ ਸ਼ਰਾਬ ਪੀ ਕੇ ਨਾ, ਔਰ ਨਾ ਹੀ ਸਟੇਜ ਦੇ ਜਿਹੜੇ ਲੜਕੇ ਕੰਮ ਕਰਦੇ ਹੈਗੇ ਉਹਨਾਂ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ। ਬਿਲਕੁਲ ਨਸ਼ਾ ਮੁਕਤ ਹੋਣਾ ਚਾਹੀਦਾ ਹੈਗਾ। ਧੰਨਵਾਦ ਜੀ ਬਹੁਤ। ਥੈਂਕ ਯੂ ਜੀ। ਤੇ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਐਸੇ ਕਲਾਕਾਰ ਜੋ ਦਿਨ 'ਚ ਕਹਿ ਸਕਦੇ ਹਾਂ ਆਪਾਂ ਕਿ ਲੁਹਾਰ ਨੇ ਅਤੇ ਸ਼ਾਮ ਨੂੰ ਕਲਾਕਾਰ ਨੇ। ਅਤੇ ਸਾਡੇ ਨਾਲ ਨੇ ਜਗਦੀਸ਼ ਧੀਮਾਨ ਜੀ, ਜਿਨ੍ਹਾਂ ਨੇ ਹੁਣ ਤੱਕ ਰਾਮਲੀਲਾ ਦੇ ਵਿੱਚ ਪਤਾ ਨਹੀਂ ਕਿੰਨੇ ਕਿਰਦਾਰ ਨਿਭਾ ਚੁੱਕੇ ਹਨ ਅਤੇ ਕਿਸੇ ਵੀ ਕਿਰਦਾਰ ਲਈ ਇਹਨਾਂ ਨੇ ਆਪਣੇ ਮੱਥੇ 'ਤੇ ਵੱਟ ਨਹੀਂ ਪਾਏ। ਜੋ ਇਹਨਾਂ ਨੂੰ ਡਾਇਰੈਕਟਰ ਕਹਿੰਦਾ ਸੀ ਕਿ ਅੱਜ ਤੁਸੀਂ ਇਹ ਰੋਲ ਕਰਨਾ, ਤਾਂ ਉਹ ਹਮੇਸ਼ਾ ਤਿਆਰ ਰਹਿੰਦੇ ਸੀ। ਅਤੇ ਸਾਡੇ ਨਾਲ ਨੇ ਜਗਦੀਸ਼ ਧੀਮਾਨ ਜੀ, ਅਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਨਮਸਕਾਰ। ਮੈਂ ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਦਾ ਇੱਕ ਛੋਟਾ ਜਿਹਾ ਸੇਵਕ ਤੁਹਾਡੇ ਰੂਬਰੂ ਹਾਂ। ਇਹ ਪ੍ਰੈਸ ਰਿਪੋਰਟਰ ਸਾਡੇ ਕੋਲ ਆਏ ਨੇ, ਇਹਨਾਂ ਬਾਈਆਂ ਦਾ ਵੀ ਮੈਂ ਬਹੁਤ ਧੰਨਵਾਦ ਹਾਂ। ਤਹਿ ਦਿਲੋਂ ਮਸ਼ਕੂਰ ਹੈ ਜਿਨ੍ਹਾਂ ਨੇ ਇੱਥੇ ਆ ਕੇ ਪਹੁੰਚ ਕੇ ਬਹੁਤ ਤਸੱਦਦ ਕਰਕੇ ਮੈਨੂੰ ਟੋਲਿਆ ਵੀ ਹੈ। ਬਹੁਤ ਧੰਨਵਾਦ। ਧੀਮਾਨ ਸਾਹਿਬ, ਇਹ ਦੱਸੋ ਕਿ ਤੁਸੀਂ ਜਿਹੜਾ ਕਦੋਂ ਰਾਮਲੀਲਾ 'ਚ ਜੁੜੇ ਸੀਗੇ, ਕਿੰਨੇ ਸਾਲ ਹੋ ਗਏ? ਮੈਂ ਤਕਰੀਬਨ 1975 ਤੋਂ ਪਹਿਲਾਂ ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਦੇ ਵਿੱਚ ਜੁੜਿਆ। ਇੱਕ ਐਜ਼ ਏ ਤੋਪੜਾ ਮਾਸਟਰ ਸੀ ਮੈਂ, ਸੇਵਕ। ਜਦ ਕੋਈ ਸ਼ੇਰ ਬੋਲਦੇ ਸੀ ਜਾਂ ਡਰਾਮਾ ਚਾਲੂ ਹੋਣਾ ਹੁੰਦਾ ਸੀ, ਜਦ ਉਹਦੇ ਪਿੱਛੇ ਠਾਹ ਦੇ ਕੇ ਪਟਾਸ ਵਾਲਾ ਤੋਪੜਾ ਵੱਜਦਾ ਸੀ। ਇਹ ਜੋ ਅੱਜ ਕੱਲ੍ਹ ਦੇ ਸਾਡੇ ਦਰਸ਼ਕ ਜਾਂ ਨੌਜਵਾਨ ਆ, ਉਹਨਾਂ ਨੂੰ ਤੋਪੜੇ ਬਾਰੇ ਜਾਣਕਾਰੀ ਪਾਓ। ਇਹ ਤੋਪੜਾ ਕੀ ਚੀਜ਼ ਹੁੰਦੀ ਕੀ ਸੀ? ਤੋਪੜਾ ਕਹਿੰਦੇ ਇੱਕ ਪਟਾਕਾ ਹੈ, ਪਟਾਸ ਪਾਈ ਜਾਂਦੀ ਹੈ, ਗੰਧਕ ਅਤੇ ਪਟਾਸ। ਉਹ ਦੋਹੇ ਇਸ ਤਰ੍ਹਾਂ ਪੰਚ ਹੋ ਕੇ ਠਾਹ ਦੇ ਕੇ ਵੱਜਦਾ, ਉਹਨੂੰ ਕਹਿੰਦੇ ਨੇ ਤੋਪੜਾ। ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਇਹਨਾਂ ਨੂੰ ਨਹੀਂ ਪਤਾ ਹੋਏਗਾ ਕਿਉਂਕਿ ਇਹ 40-45 ਸਾਲ ਪੁਰਾਣੀ ਗੱਲ ਹੈ। ਇਸ ਕਰਕੇ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਏਗਾ, ਬੱਚਿਆਂ ਨੂੰ। ਅੱਛਾ, ਇਹ ਦੱਸੋ ਜੀ, ਤੁਸੀਂ ਰਾਮਲੀਲਾ 'ਚ ਕਿਹੜੇ ਕਿਹੜੇ ਕਿਰਦਾਰ ਆ ਜਿਹੜੇ ਨਿਭਾ ਚੁੱਕੇ ਹੋ? ਮੈਂ ਸਭ ਤੋਂ ਪਹਿਲਾਂ ਜਿਹੜਾ ਕਿਰਦਾਰ ਸਾਡੇ ਸੁਰਗਵਾਸੀ ਮਾਸਟਰ ਸਾਧੂ ਰਾਮ ਜੀ ਕਰਵਲ, ਉਹਨਾਂ ਦੇ ਅੰਡਰ ਇੱਕ ਰਾਜਕੁਮਾਰ ਦਾ ਰੋਲ ਨਿਭਾਇਆ ਪਹਿਲਾ। ਉਹ ਤੋਂ ਬਾਅਦ ਮੈਂ ਪਤਾ ਨਹੀਂ ਕਿੰਨੇ ਕੁ ਰੋਲ ਨਿਭਾਏ। ਫਿਰ ਦਸ਼ਰਥ ਦਾ ਰੋਲ ਨਿਭਾਇਆ, ਪਰਸਰਾਮ, ਫਿਰ ਹਨੂੰਮਾਨ ਜੀ ਦਾ ਰੋਲ ਨਿਭਾਇਆ, ਜਨਕ ਜੀ ਦਾ ਵੀ ਰੋਲ 1-2 ਵਾਰ ਨਿਭਾਇਆ, ਅਤੇ ਆਪਣਾ ਅੰਗਦ ਦਾ ਰੋਲ ਨਿਭਾਇਆ, ਸੁਗਰੀਵ ਜੀ ਦਾ ਰੋਲ ਨਿਭਾਇਆ। ਅਤੇ ਹੋਰ ਬਹੁਤ ਮੇਰੇ ਮਿੱਤਰ ਨੇ ਜਿਨ੍ਹਾਂ ਦੇ ਨਾਲ ਮੈਂ ਬਹੁਤ ਟਾਈਮ ਪਾਠ ਕੀਤਾ। ਜਿਕਣਾ ਸਾਡੇ ਵੀਰ ਜੀ ਨੇ ਵੱਡੇ ਸੁਖਦੇਵ ਪਾਲੀ ਜੀ, ਉਹਨਾਂ ਨਾਲ ਤਕਰੀਬਨ ਮੈਂ 25 ਸਾਲ ਦਸ਼ਰਥ ਦਾ ਪਾਠ ਕੀਤਾ, ਅਤੇ ਉਹਨੇ ਮੇਰੇ ਵੱਡੇ ਵੀਰ ਜੀ ਨੇ ਸਰਵਣ ਦਾ ਪਾਠ ਮੇਰੇ ਨਾਲ ਕੀਤਾ। ਅਤੇ ਜਦੋਂ ਤੁਸੀਂ ਇਹ ਰੋਲ ਇੰਨੇ ਕਿਰਦਾਰ ਅਲੱਗ-ਅਲੱਗ ਤਰ੍ਹਾਂ ਦੇ ਕਰਦੇ ਸੀਗੇ, ਅਤੇ ਤੁਹਾਨੂੰ ਉਹ ਰੋਲ ਦੀ ਰਿਹਰਸਲ ਕਰਨੀ ਪੈਂਦੀ ਸੀਗੀ ਜਾਂ ਕਿੱਦਾਂ? ਰਿਹਰਸਲ ਵੀ ਕਰੀ। ਮੈਂ ਬਹੁਤ ਪੁਰਾਣਾ ਸੇਵਕ ਸੀ ਇਸ ਕਲੱਬ ਦਾ। ਜਦ ਅਸੀਂ ਪਟਾਕਾ ਮਾਰਦੇ ਸੀ, ਜਿੰਨੇ ਵੀ ਸ਼ੇਰ ਸੀ ਅਦਾਕਾਰਾਂ ਦੇ, ਉਹ ਸਾਡੇ ਯਾਦ ਹੋ ਜਾਂਦੇ ਸੀ ਐਟੋਮੈਟਿਕ। ਇਸ ਕਰਕੇ ਸਾਡੇ ਜ਼ਹਿਨ ਦੇ ਅੰਦਰ ਵਸ ਗਿਆ। ਉਹ ਜਿਹੜੀ ਰਾਮਲੀਲਾ ਦੀ ਲੀਲਾ ਹੈ, ਉਹ ਪ੍ਰਭੂ ਰਾਮ ਜੀ ਨੇ ਸਾਡੇ ਜ਼ਹਿਨ ਦੇ ਅੰਦਰ ਵਸਾ ਦਿੱਤੀ। ਕੋਈ ਇੱਦਾਂ ਦਾ ਡਾਇਲੋਗ ਜਿਹੜਾ ਤੁਹਾਨੂੰ ਹੁਣ ਤੱਕ ਆਪਣਾ ਬੋਲਿਆ ਹੋਇਆ ਯਾਦ ਹੋਵੇ ਅਤੇ ਲੋਕਾਂ ਨੂੰ ਵੀ ਯਾਦ ਰਿਹਾ ਹੋਵੇ? हाँ जी हाँ, बहुत डायलॉग है। चिल्ला चढ़ा दूं एकदम ही मैं 5-7 का, कर्तव्य है ये तो मेरे भक्त बाएं हाथ का। मुश्किल ही है काम क्या, हैरानी है मुझे, लकड़ी का है ना कि किसी और धात का।
ਹੈ ਜੀ ਸੀਨ ਸੀਤਾ ਸਵੰਬਰ ਦਾ। ਸੀਤਾ ਸਵੰਬਰ ਦੇ ਅੰਦਰ ਜਿੰਨੇ ਰਾਜੇ ਮਹਾਰਾਜੇ ਆਏ ਹੋਏ ਨੇ ਆਪਣੀ ਆਪਣੀ ਵੀਰਤਾ ਦਾ ਜੌਹਰ ਦਿਖਾ ਰਹੇ। ਉਹਦੇ ਵਿੱਚ ਰਾਜਕੁਮਾਰ ਜਿਹੜੇ ਆਏ ਹੋਏ ਨੇ ਉਹਨਾਂ ਦਾ ਰਾਜਕੁਮਾਰ ਦਾ ਹੈ ਇੱਕ ਦਾ ਡਾਇਲੋਗ। ਧੀਮਾਨ ਸਾਹਿਬ, ਤੇ ਹੁਣ ਤੁਸੀਂ ਕੋਈ ਨਵੀਂ ਪੀੜ੍ਹੀ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ? ਮੇਰਾ ਸੰਦੇਸ਼ ਹੈ ਇਹ ਨਵੀਂ ਨੌਜਵਾਨ ਪੰਜਾਬ ਦੀ ਪੀੜ੍ਹੀ ਨੂੰ, ਕੱਲਾ ਇੱਕ ਦੋ ਨੂੰ ਨਹੀਂ, ਇਹ ਰਾਮਲੀਲਾ ਨੂੰ ਨਹੀਂ ਹੈ ਸੰਦੇਸ਼ ਮੇਰਾ, ਇਹ ਸਾਰੇ ਪੰਜਾਬ ਦੇ ਜਿਹੜਾ ਯੁਵਾ ਪੀੜ੍ਹੀ ਹੈ ਉਸ ਨੂੰ ਮੇਰਾ ਸੰਦੇਸ਼ ਹੈ ਕਿ ਆਪਣੇ ਆਪ ਨੂੰ ਬਚਾਓ, ਤੁਸੀਂ ਸਾਡਾ ਵਿਰਸਾ ਹੋ, ਕਿਉਂਕਿ ਅਸੀਂ ਚਲੇ ਜਾਣਾ ਪਿੱਛੇ ਤੋਂ ਵਿਰਸੇ ਨੂੰ ਕੌਣ ਸੰਭਾਲੇਗਾ। ਜੇ ਤੁਸੀਂ ਨਸ਼ਿਆਂ ਤੋਂ ਬਚਾਓ ਰੱਖੋ, ਧਰਮ ਦੀ ਪਾਲਣ ਕਰੋ, ਆਪਣੇ ਆਪਣੇ ਧਰਮ ਦਾ ਸਹੀ ਸੰਚਾਲਨ ਕਰੋ, ਕਿਸੇ ਚੀਜ਼ ਦਾ ਤੁਸੀਂ ਦੁਰਉਪਯੋਗ ਨਾ ਕਰੋ, ਆਪਣੇ ਆਪ ਨੂੰ ਸੰਭਾਲੋ, ਆਪਣੇ ਮਾਤਾ ਪਿਤਾ ਨੂੰ ਸੰਭਾਲੋ, ਆਪਣੇ ਕਲਚਰ ਨੂੰ ਸੰਭਾਲੋ। ਸਾਰਿਆਂ ਨੂੰ ਮੇਰਾ ਇਹੀ ਸੰਦੇਸ਼ ਹੈ। ਤੁਹਾਡੀ ਲੰਬੀ ਉਮਰ ਹੋਵੇ ਸਾਰੇ ਪੰਜਾਬ ਵਾਸੀਆਂ ਦੀ, ਇਹੀ ਮੇਰੀ ਪ੍ਰਾਰਥਨਾ ਹੈ, ਤਾਕੀਦ ਹੈ, ਬੇਨਤੀ ਹੈ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮੈਂ ਹਲਚਲ ਚੈਨਲ ਵਾਲਿਆਂ ਦਾ ਜਿਹੜੇ ਇੱਥੇ ਪਹੁੰਚੇ ਨੇ ਗਰੀਬ ਦੇ ਘਰ ਪਰ, ਕਿਉਂਕਿ ਮੈਂ ਤਾਂ ਤੁੱਛ ਸੇਵਕ ਹਾਂ, ਇਸ ਕਰਕੇ ਇਹਨਾਂ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਹਾਂ, ਰਿਣੀ ਹਾਂ, ਤਹਿ ਦਿਲੋਂ ਮਸ਼ਕੂਰ ਹਾਂ ਇਹਨਾਂ ਦਾ। ਧੰਨਵਾਦ ਸਾਰੀ ਪਾਰਟੀ ਦਾ ਜਿਹੜੀ ਇੱਥੇ ਪਹੁੰਚੀ ਹੈ, ਸਾਰਿਆਂ ਦਾ ਤਹਿ ਦਿਲੋਂ ਮਸ਼ਕੂਰ ਹਾਂ। ਧੰਨਵਾਦ। ਹੁਣ ਸਾਡੇ ਨਾਲ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੀ ਬਦੌਲਤ ਯਾਨੀ ਕਿ ਕਹਿ ਸਕਦੇ ਹਾਂ ਕਿ ਉਹਨਾਂ ਤੋਂ ਬਗੈਰ ਕੋਈ ਵੀ ਕਲਾਕਾਰ ਸਟੇਜ ਦੇ ਉੱਤੇ ਦਾਖਲ ਨਹੀਂ ਹੋ ਸਕਦਾ ਸੀ। ਮਤਲਬ ਕਹਿਣ ਦਾ ਇਹ ਕਿ ਸਾਡੇ ਕੋਲ ਇੱਕ ਇਹੋ ਜਿਹੇ ਕਲਾਕਾਰ ਨੇ ਜੋ ਹਰ ਕਲਾਕਾਰ ਦਾ ਮੇਕਅਪ ਕਰਦੇ ਸੀ। ਮੇਕਅਪ ਆਰਟਿਸਟ ਅਜੇ ਕੁਮਾਰ ਸਾਡੇ ਨਾਲ ਨੇ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਇਹ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਮੇਕਅਪ ਕਰਨ ਦਾ, ਕਲਾਕਾਰਾਂ ਦਾ, ਉਹ ਕਿੱਦਾਂ ਦਾ ਰਿਹਾ ਅਤੇ ਉਹਨਾਂ ਨੇ ਕਦੋਂ ਤੋਂ ਇਹ ਕੰਮ ਸ਼ੁਰੂ ਕੀਤਾ। ਨਮਸਕਾਰ ਜੀ। ਨਮਸਤੇ ਜੀ। ਹਾਂਜੀ ਸਰ, ਦੱਸੋ ਤੁਸੀਂ ਜਿਹੜਾ ਆਪਣਾ ਮੇਕਅਪ ਦਾ ਤੁਸੀਂ ਇਹ ਕੋਰਸ ਕੀਤਾ ਸੀਗਾ ਜਾਂ ਕਿੱਦਾਂ? ਨਹੀਂ ਜੀ, ਮੈਂ ਕੋਰਸ ਨਹੀਂ ਕਰਿਆ। ਮੈਨੂੰ ਮਦਨ ਲਾਲ ਜੀ ਸ਼ਰਮਾ ਜੀ ਜਿਹੜੇ ਲਕਸ਼ਮਣ ਦਾ ਰੋਲ ਕਰਦੇ ਸੀ, ਇਹ ਸਟੇਜ 'ਤੇ ਮੈਨੂੰ ਲੈ ਕੇ ਗਏ ਅਤੇ ਅਸੀਂ ਉੱਥੇ ਬੈਠ ਕੇ ਮੇਕਅਪ ਮਾਸਟਰ ਦੇ ਕੋਲ ਉਹ ਜਿਹੜਾ ਮੁਰਦਾ ਸੰਖ ਹੁੰਦਾ ਸੀ ਜਿਹਦੇ ਨਾਲ ਫੇਸ ਬਣਦਾ ਹੈ, ਉਹ ਅਸੀਂ ਚਲਾਉਂਦੇ ਰਹੇ। ਉਸ ਤੋਂ ਬਾਅਦ 5-6 ਸਾਲ ਤੋਂ ਬਾਅਦ ਫਿਰ ਉਹ ਮਾਸਟਰ ਜੀ ਸਾਨੂੰ, ਰੁਲਦਾ ਰਾਮ ਜੀ, ਸਾਨੂੰ ਛੱਡ ਕੇ ਚਲੇ ਗਏ ਆਪਣੀ ਡਿਊਟੀ 'ਤੇ, ਘਰ ਚਲੇ ਗਏ। ਅਤੇ ਉਹਨਾਂ ਨੇ ਸਾਨੂੰ ਕਿਹਾ ਵੀ ਲੈ ਵੀ ਹੁਣ ਤੂੰ ਮੇਕਅਪ ਅੱਜ ਤੋਂ ਬਾਅਦ ਤੂੰ ਹੀ ਕਰਨਾ। 1980 ਤੋਂ ਲੈ ਕੇ ਮੈਂ ਤਕਰੀਬਨ 40 ਸਾਲ 42 ਸਾਲ ਮੈਨੂੰ ਵੀ ਰਾਮਲੀਲਾ ਦੇ ਵਿੱਚ ਮੇਕਅਪ ਕਰਦਿਆਂ ਨੂੰ ਹੋ ਗਏ। ਮੇਰੇ ਕੋਲ ਵੀ ਸਾਰੇ ਪੁਰਾਣੇ ਕਲਾਕਾਰ, ਮਦਨ ਲਾਲ ਜੀ, ਇੱਕ ਰਾਮਦੇਵ ਜੀ ਸ਼ਰਮਾ, ਪ੍ਰੇਮ ਪ੍ਰਕਾਸ਼ ਵਰਮਾ ਜੀ ਜਿਹੜਾ ਰਾਮਚੰਦਰ ਦਾ ਰੋਲ ਕਰਦੇ ਰਹੇ, ਵੇਦ ਦੀਵਾਨਾ ਜੀ। ਜਦੋਂ ਤੁਸੀਂ ਮੇਕਅਪ ਕਰਦੇ ਸੀਗੇ ਉਦੋਂ ਕਿਸੇ ਵੀ ਕਲਾਕਾਰ ਦਾ ਮੇਕਅਪ, ਚਾਹੇ ਉਹ ਰਾਮਚੰਦਰ ਜੀ ਹੈ, ਸੀਤਾ ਹੈ, ਲਕਸ਼ਮਣ ਜੀ ਹੈ, ਹਨੂਮਾਨ ਜੀ ਹੈ, ਤਾਂ ਕਿੱਦਾਂ ਦਾ ਤੁਸੀਂ ਮਹਿਸੂਸ ਕਰਦੇ? ਮੈਨੂੰ ਬੜਾ ਇੰਟਰਸਟ ਸੀਗਾ। ਮੈਂ ਉਹ ਸ਼ੁਰੂ ਤੋਂ ਹੀ ਆਪਣੇ ਘਰੋਂ ਵੀ ਸਮਾਨ ਜਿਹੜਾ ਹੁੰਦਾ ਸੀ ਨਾ ਮੇਕਅਪ ਦਾ, ਪਾਊਡਰ, ਬਿੰਦੀ, ਸੁਰਖੀ ਲੈ ਜਾਣੀ, ਉੱਥੇ ਜਾ ਕੇ ਲਾ ਦੇਣੀ, ਔਰ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਪੈਸੇ ਤੋਂ ਅਸੀਂ ਸ਼ੁਰੂ ਤੋਂ ਹੀ ਰਾਮਲੀਲਾ ਦਾ ਮੇਕਅਪ ਦੁਸਹਿਰਾ ਕਮੇਟੀ ਵੱਲੋਂ ਵੀ ਔਰ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ ਦੋਨੇ ਪਾਸੇ ਮੇਕਅਪ ਕਰਿਆ। ਦੁਸਹਿਰੇ ਦਾ ਵੀ ਅਤੇ ਝਾਂਕੀਆਂ ਵੀ, ਦਿਨ ਦੀਆਂ ਜਿਹੜੀਆਂ ਝਾਂਕੀਆਂ ਹੁੰਦੀਆਂ ਉਹ ਵੀ ਕਰੀਆਂ, ਔਰ ਰਾਮਲੀਲਾ ਦੀ ਮੇਕਅਪ ਵੀ ਕਰਿਆ। ਇੱਕ ਕਲਾਕਾਰ 'ਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਸੀਗਾ ਮੇਕਅਪ ਕਰਨ ਨੂੰ? 5-4 ਮਿੰਟ ਤਾਂ ਲੱਗਦੇ ਹੀ ਹੈ ਇੱਕ ਕਲਾਕਾਰ ਦੇ। ਰਾਵਣ ਵੀ ਕਰਿਆ, ਰਾਮ ਲਕਸ਼ਮਣ ਸੀਤਾ ਹਨੂਮਾਨ, ਕਰੈਕਟਰ ਦੇ ਮੁਤਾਬਕ। ਜਦੋਂ ਤੁਸੀਂ ਸ਼੍ਰੀ ਰਾਮਚੰਦਰ ਜੀ ਦਾ ਮੇਕਅਪ ਕਰਦੇ ਹੋ ਤਾਂ ਉਸ ਟਾਈਮ ਤੁਹਾਡੇ ਦਿਲ 'ਚ ਕੋਈ ਖਿਆਲ ਆਉਂਦੇ, ਕੁਝ ਕਿੱਦਾਂ ਲੱਗਦਾ ਤੁਹਾਨੂੰ? ਅਸੀਂ ਤਾਂ ਆਪਣੇ ਵੱਲੋਂ ਇਹ ਕਰੀਦਾ ਵੀ ਵਾਕਈ ਇਹ ਜਿਹੜਾ ਬੰਦਾ ਸਾਡੇ ਕੋਲ ਬੈਠਾ ਹੈ ਇਹ ਵਾਕਈ ਰਾਮਚੰਦਰ ਲੱਗੇ। ਸਟੇਜ 'ਤੇ ਜਾ ਕੇ ਇਹਦੀ ਬਿਊਟੀ ਆਵੇ ਔਰ ਲੋਕ ਇਹਨੂੰ ਮੰਨਣ ਵੀ ਹਾਂ ਇਹੀ ਰਾਮਚੰਦਰ ਹੈ। ਅਸੀਂ ਆਪਣੇ ਵੱਲੋਂ ਪੂਰੀ ਜ਼ੋਰ ਲਾ ਕੇ ਕੰਮ ਕਰੀਏ। ਤੇ ਹੁਣ ਵੀ ਤੁਸੀਂ ਇਹ ਕਰਦੇ ਹੋ? ਹਾਂਜੀ, ਹੁਣ ਵੀ ਅੱਜ ਦੀ ਡੇਟ 'ਚ ਵੀ ਮੈਂ ਰਾਮਲੀਲਾ ਦੇ ਵਿੱਚ ਔਰ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦੇ ਜਿੰਨੀਆਂ ਵੀ ਝਾਂਕੀਆਂ ਹੁੰਦੀਆਂ ਉਹਦੇ 'ਚ ਮੇਕਅਪ ਕਰੀਦਾ। ਅੱਜ ਕੱਲ੍ਹ ਦੇ ਕਲਾਕਾਰਾਂ ਅਤੇ ਪੁਰਾਣੇ ਕਲਾਕਾਰਾਂ 'ਚ ਕੋਈ ਤੁਹਾਨੂੰ ਫਰਕ ਲੱਗਿਆ ਜੀ? ਹਾਂ, ਪਹਿਲਾਂ ਦੇ ਕਲਾਕਾਰ ਆਪਣੇ ਆਪ ਆ ਕੇ ਮੇਕਅਪ ਕਰਾਉਂਦੇ ਸੀਗੇ, ਠੀਕ ਹੈ ਨਾ। ਅੱਜ ਕੱਲ੍ਹ ਦੇ ਕਲਾਕਾਰਾਂ ਨੂੰ ਬੁਲਾ ਕੇ ਲਿਆਉਣਾ ਪੈਂਦਾ ਵੀ ਆ ਜਾਓ ਭਾਈ, ਤੁਹਾਡਾ ਸੀਨ ਹੈ ਅੱਗੇ, ਤੁਸੀਂ ਮੇਕਅਪ ਕਰਾ ਲਓ। ਉਹ ਬਾਹਰ ਘੁੰਮੀ ਜਾਂਦੇ ਆ ਪਬਲਿਕ ਦੇ ਵਿੱਚ ਅਤੇ ਉਹਨਾਂ ਨੂੰ ਫੜ ਕੇ ਲਿਆਉਣਾ ਪੈਂਦਾ ਵੀ ਆ ਕੇ ਮੇਕਅਪ ਕਰਾਓ।
ਤੇ ਯਾਨੀ ਕਿ ਜੋ ਅੱਜ ਕੱਲ ਦੇ ਮੁੰਡੇ ਯਾਨੀ ਕਿ ਨਵੀਂ ਜਨਰੇਸ਼ਨ ਹੈ ਬਹੁਤ ਜ਼ਿਆਦਾ ਸਿੰਸੀਅਰ ਨਹੀਂ ਕਹਿ ਸਕਦੇ ਤੁਸੀਂ ਆਪਣੇ ਕਿਰਦਾਰ ਪਿੱਛੇ। ਆਪਣੇ ਅੱਜ ਕੱਲ੍ਹ ਤੁਹਾਨੂੰ ਪਤਾ ਮਹਿੰਗਾਈ ਇੰਨੀ ਹੈ, ਹਰੇਕ ਬੰਦਾ ਨੌਕਰੀ ਪੇਸ਼ਾ ਹੈ। ਜਿੰਨੇ ਵੀ ਸਾਡੇ ਉਹ ਕਲੱਬ ਦੇ ਮੈਂਬਰ ਹੈ ਨਾ, ਸਾਰੇ ਨੌਕਰੀ ਪੇਸ਼ਾ ਹੈ। ਅਤੇ ਉਹ ਆਪਣਾ ਕੋਈ ਦੁਕਾਨਦਾਰ ਹੈ, ਕੋਈ ਨੌਕਰੀ ਕਰਦਾ ਹੈ, ਉਹ ਸਾਰੇ ਉੱਥੋਂ ਵਿਹਲੇ ਹੋ ਕੇ ਫਿਰ ਆਉਂਦੇ ਹੈ। ਅਤੇ ਉਹ ਇੰਟਰਸਟ ਅੱਜ ਕੱਲ੍ਹ ਲੋਕਾਂ 'ਚ ਘਟਦਾ ਜਾ ਰਿਹਾ ਹੈ। ਠੀਕ ਹੈ ਨਾ, ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਫਟਾਫਟ ਲੋਕ ਦਿਨੇ ਹੀ ਆ ਕੇ ਬਹਿ ਜਾਂਦੇ ਸੀ, ਦਿਨੇ ਹੀ ਸਾਨੂੰ ਕਹਿੰਦੇ ਸੀ ਵੀ ਅੱਜ ਮੇਰਾ ਰੋਲ ਹੈ, ਮੈਨੂੰ ਤੁਸੀਂ ਪਹਿਲਾਂ ਤਿਆਰ ਕਰਨਾ ਹੈ। ਪਰ ਹੁਣ 9 ਵਜੇ ਤੱਕ 9:30 ਵਜੇ ਤੱਕ ਉਹਨਾਂ ਨੂੰ ਮਿੰਨਤਾਂ ਕਰ ਕਰਕੇ ਲਿਆਈਦਾ ਵੀ ਆ ਜਾਓ ਫਟਾਫਟ ਵੀ ਰਾਮਲੀਲਾ ਸ਼ੁਰੂ ਕਰੀਏ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ।